ਦੋਹਰਾ ਮਲਨ ਨੈਣ ਕਰ ਦੇਖਿਐ, ਸਭ ਕਛ ਸਭ ਹੀ ਭਾਏ। ਅਮਲ ਦ੍ਰਿਸ਼ਟ ਜਬ ਰਵ ਲਹਿਓ, ਤਬ ਰਵ ਹੀ ਦਰਸਾਏ। ਮਲਨ ਨੈਣ ਕਰ ਦੇਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਚਾਰ ਮਾਲਾ ਦੇ 9 ਜਿਹੜੇ ਉਹ ਦੋਹਰੇ ਹੋ ਚੁੱਕੇ ਆ 7ਵੇਂ ਵਿਸ਼ਰਾਮ ਦੇ ਅਥਵਾ 7ਵੇਂ ਅਧਿਆਏ ਦੇ। ਜਿਹੜਾ ਆਤਮ ਸਰੂਪ ਆ, ਜੋ ਸਾਰੇ ਸਰੀਰਕ ਦੇ ਧਰਮਾਂ ਤੋਂ, ਸੂਖਮ ਸਰੀਰ ਦੇ ਧਰਮਾਂ ਤੋਂ, ਕਾਰਨ ਸਰੀਰ ਤੋਂ ਵੀ ਪਰੇ ਆ, ਉਹ ਹੈ ਆਤਮਾ, ਆਪਣਾ ਆਪਾ, ਆਤਮਾ ਸਰੂਪ। ਉਸ ਦੀ ਜਿਹੜੀ ਵਿਚਾਰ ਉਹ ਆਪਾਂ ਜਿਹੜੀ ਸਰਵਣ ਕਰ ਰਹੇ ਹਾਂ, ਗੁਰੂ ਸਾਹਿਬ ਦੀ ਕਿਰਪਾ ਨਾਲ ਜਿੰਨੀ ਕੁ ਸਮਝ ਪੈ ਰਹੀ ਆ, ਉਹਦੀ ਵਿਚਾਰ ਗੁਰੂ ਸਾਹਿਬ ਆਪ ਹੀ ਕਰਵਾ ਰਹੇ ਹੈ। ਕਿਉਂਕਿ ਗੁਰੂ ਦੀ ਕਿਰਪਾ ਤੋਂ ਬਿਨਾਂ ਆਤਮ ਵਿਚਾਰ ਸਮਝ ਨਹੀਂ ਪੈ ਸਕਦੀ, ਅਥਵਾ ਕੋਈ ਵੀ ਸਮਝ ਨਹੀਂ ਪੈ ਸਕਦੀ। ਗੁਰੂ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਅੱਜ ਆਪਾਂ ਫੇਰ ਜੋ ਆਰੰਭ ਕਰ ਰਹੇ ਹਾਂ 10ਵਾਂ ਦੋਹਰਾ, ਆਓ ਆਪਾਂ ਉਹਨੂੰ ਵਿਚਾਰੀ। ਮਲਨ ਨੈਣ ਕਰ ਦੇਖੀਏ, ਕਹਿੰਦੇ ਆ ਕਿ ਇਹ ਪਾਠ ਜਿਹੜਾ ਹੈ ਮਲਨ ਨੈਣ ਕਰ ਦੇਖੀਏ ਪਾਠ ਹੀ ਆ, ਕਈ ਥਾਂ ਤੇ ਦੇਖੇ ਹੈ, ਖੱਖੇ ਸਿਹਾਰੀ ਈੜੀ ਲਾਵਾਂ ਵੀ ਹੈਗਾ। ਮੁੱਖ ਪਾਠ ਦੇਖੀਏ ਹੀ ਆ, ਜਿਹੜਾ ਉਚਾਰਨ ਵਿੱਚ ਵੀ ਸਹੀ ਰੂਪ ਵਿੱਚ ਉਚਾਰਿਆ ਜਾਂਦਾ। ਦੇਖੀਏ ਪਾਠ ਸ਼ੁੱਧ ਕਰ ਲੈਣਾ। ਕਹਿੰਦੇ ਆ ਵੀ ਜਦੋਂ ਤੱਕ ਸੂਰਜ ਨੂੰ ਮਲਣ ਕਹੀਏ, ਮੈਲੇ ਜਲ ਵਿੱਚ ਨੇਤਰਾਂ ਕਰਕੇ ਦੇਖਿਆ ਕਹੀਏ, ਦੇਖਾਂਗੇ ਤਾਂ ਉਹ ਮੈਲੇ ਜਲ ਵਿੱਚ ਸੂਰਜ ਦਾ ਜਿਹੜਾ ਰੂਪ ਆ ਨਾ, ਪ੍ਰਕਾਸ਼ ਆ, ਰੂਪ ਆ, ਚਾਨਣ ਆ, ਸਭ ਕਛ ਸਭ ਹੀ ਭਾਏ। ਉਹ ਸਭ ਕਹੀਏ ਸਭ ਕੁਝ ਹੀ, ਸਭ ਕਹੀਏ ਜਿਹੜਾ ਸਭ ਭੱਬੇ ਨਾ ਉਹਦਾ ਸਭ ਕੁਛ, ਤੇ ਬੱਬੇ ਦੇਣਾ ਸਭ ਦਾ ਅਰਥ ਸਾਰੇ। ਸਾਰੀ ਮਲੀਨ ਪਾਣੀ ਦੀ ਜਿਹੜੀ ਹੈ ਭਾਏ ਤਰ੍ਹਾਂ ਹੀ ਦਿਸਦਾ ਹੈ। ਸਭ ਕੁਝ ਸਾਰੇ ਮਲੀਨ ਪਾਣੀ ਦੀ ਤਰ੍ਹਾਂ ਹੀ ਦਿਸਦਾ। ਮਤਲਬ ਇਹਦਾ ਕੀ ਆ ਵੀ ਪਾਣੀ ਦੀ ਜਿਹੜੀ ਪਾਣੀ ਦੇ ਵਿੱਚ ਮੈਲ ਹੀ ਆ, ਪਾਣੀ ਦੀ ਮਲੀਨਤਾ, ਚੰਚਲਪੁਣਾ ਵੀ ਪਾਣੀ ਵਿੱਚ ਹੀ ਆ, ਹਿੱਲਣਾ ਪਾਣੀ 'ਚ ਹੀ ਆ। ਉਹ ਮਲੀਨਤਾ ਚੰਚਲਤਾ ਪਾਣੀ ਦੀ ਕਰਕੇ ਅਨੇਕ ਹੀ ਸੂਰਜ ਪਾਣੀ ਵਿੱਚ ਮੈਲੇ ਦਿਖਦੇ ਆ ਤੇ ਚੰਚਲ ਦਿਖਦੇ ਆ। ਜਿੰਨੀਆਂ ਪਾਣੀ 'ਚ ਚੰਚਲ ਹੋਇਆ ਛੱਲਾਂ ਜਿਹੀ ਵੱਜਦੀਆਂ ਨਾ, ਉਹਨੇ ਸੂਰਜ ਦਿਖਦੇ ਆ। ਜਦੋਂ ਪਾਣੀ ਹਿੱਲਦਾ ਨਾ, ਉਹਨੇ ਸੂਰਜ ਜਿਹੇ ਪ੍ਰਤੀਤ ਹੋਈ ਜਾਂਦੀ ਹੈ। ਤੇ ਜਾਂ ਵੀ ਆ ਛੱਪੜਾਂ ਦਾ ਪਾਣੀ ਹੁਣ ਮੈਲਾ ਹੁੰਦਾ, ਸੂਰਜ ਵਿੱਚ ਕਾਲਾ ਆ ਜਾਈ, ਆਕਾਸ਼ ਵੀ ਕਾਲਾ ਜਾਈ, ਤੇ ਪਾਣੀ ਹਿੱਲੀ ਜਾਂਦਾ ਤੇ ਸੂਰਜ ਵੀ ਹਿੱਲਦਾ ਨਜ਼ਰ ਹੀ ਆਉਂਦਾ। ਇਹ ਸਭ ਕੁਝ ਸੂਰਜ ਦੇ ਜਿਹੜੇ ਆ ਲੱਛਣ ਆ ਨਾ, ਐਸੇ ਮਲੀਨਤਾ ਵਾਲੀ, ਚੰਚਲਤਾ ਵਾਲੀ, ਜਲ ਦੀ ਉਪਾਧੀ ਕਰਕੇ ਹੀ ਗ੍ਰਹਿਣ ਹੁੰਦੇ ਆ। ਮਲਣ ਨੈਣ ਕਰ ਦੇਖੀਏ, ਜਦੋਂ ਤੱਕ ਸੂਰਜ ਜਿਹੜਾ ਨਾ ਉਹਨੂੰ ਮਲਣ ਕਹੀਏ, ਮੈਲੇ ਜਲ ਦੇ ਵਿੱਚ ਨੈਣ ਕਹੀਏ, ਨੇਤਰਾਂ ਕਰ ਕਹੀਏ, ਕਰਕੇ ਦੇਖੀਏ, ਦੇਖਾਂਗੇ ਸਭ ਕਛ। ਤਾਂ ਮੈਲੇ ਜਲ 'ਚ ਸੂਰਜ ਦਾ ਜਿਹੜਾ ਰੂਪ ਆ, ਪ੍ਰਕਾਸ਼ ਆ, ਸਭ ਕੁਝ ਹੀ ਉਹ ਸਭ ਹੀ ਭਾਏ, ਸਾਰੇ ਹੀ ਭਾਏ ਕਈ ਤਰ੍ਹਾਂ ਦਿਸਦਾ ਹੈ। ਭਾਵ ਮੈਲਾ ਦਿਖਦਾ, ਚੰਚਲ ਦਿਖਦਾ, ਕਾਲਾ ਜਿਹਾ ਦਿਖਦਾ ਸੂਰਜ, ਆਕਾਸ਼ ਵੀ ਵਿੱਚ ਦਿਖੀ ਜਾਂਦਾ।
ਇਹ ਸਭ ਕੁਝ ਪਾਣੀ ਕਰਕੇ ਹੀ ਆ। ਅਮਲ ਦ੍ਰਿਸ਼ਟ ਜਬ ਰਵ ਲਹਿਓ, ਲਹੇ ਉਹਦੇ ਲੱਲਿਆ ਤੇ ਹਾਹੇ ਨੂੰ ਸਿਹਾਰੀ ਵੀ ਹੈ ਤੇ ਜਈਆ ਪੂਰਾ ਵਾ ਤੇ ਹੋੜਾ ਵਾ। ਜਦ ਜੜ ਚ ਸੂਰਜ ਦਾ ਜਿਹੜਾ ਪ੍ਰਤੀਬਿੰਬ ਛੱਡ ਕੇ, ਪ੍ਰਤੀਬਿੰਬ ਹੁੰਦਾ ਪਰਛਾਵਾਂ, ਸੂਰਜ ਦਾ ਜਿਹੜਾ ਪ੍ਰਤੀਬਿੰਬ ਜਲ ਪਾਣੀ ਵਿੱਚ ਪੈਣ ਡਿਆ ਮੈਲੇ ਵਿੱਚ ਚੰਚਲ ਜਿਹਾ, ਉਹ ਛੱਡ ਕੇ ਤੇ ਆਕਾਸ਼ ਵਿੱਚ ਜਿਹੜਾ ਸੂਰਜ ਚੜਿਆ ਹੋਇਆ ਉਹ ਦ੍ਰਿਸ਼ਟ ਜਬ ਰਵ ਲਏ, ਉਹ ਦ੍ਰਿਸ਼ਟੀ ਭਾਵ ਨਜ਼ਰ ਦੇ ਨਾਲ, ਤੇ ਸੂਰਜ ਜਿਹੜਾ ਰਵ ਕਹੀਏ ਸੂਰਜ ਲਹਿਓ ਕਹੀਏ ਦੇਖਿਆ ਜਾਣਿਆ, ਤਾਂ ਕੀ ਪ੍ਰਾਪਤ ਹੋਇਆ? ਤਬ ਰਵ ਹੀ ਦਰਸਾਏ। ਤਬ ਦੇ ਬੱਬੇ ਨੂੰ ਸਿਹਾਰੀ ਆ ਤੇ ਰਵ ਦੇ ਵਾਵੇ ਨੂੰ ਸਿਹਾਰੀ ਆ। ਤਾਂ ਫਿਰ ਜਿਹੜਾ ਉਹ ਸੂਰਜ ਆ ਨਾ, ਉਹ ਫਿਰ ਅਮਲ ਕਹੀਏ ਸਾਫ ਮੈਲ ਤੋਂ ਰਹਿਤ। ਸੂਰਜ ਆਕਾਸ਼ ਵਿੱਚ ਸਿੱਧਾ ਵੇਖਿਆ, ਸਾਫ ਵੀ ਦਿਖਿਆ ਮੈਲ ਤੋਂ ਰਹਿਤ, ਪ੍ਰਕਾਸ਼ਮਾਨ ਚਿੱਟਾ ਉਹਦਾ ਚਾਨਣ ਉਜਲ। ਸੂਰਜ ਫਿਰ ਆਕਾਸ਼ ਵਿੱਚ ਤਬ ਹੀ ਤਦੋਂ ਹੀ ਸੂਰਜ ਦਰਸਾਏ ਕਹੀਏ ਦਿਸਦਾ। ਕਿੱਦਾਂ ਦਾ ਦਿਖਦਾ? ਅਮਲ ਕਹੀਏ ਮੈਲ ਤੋਂ ਰਹਿਤ, ਭਾਵ ਪ੍ਰਕਾਸ਼ਮਾਨ ਚਿੱਟਾ ਚੰਚਲਤਾਈ ਤੋਂ ਰਹਿਤ। ਤੇ ਭਾਵ ਅਰਥ ਇਹਦਾ ਐਵੇਂ ਆ, ਮੌਲਨ ਨੈਣ ਕਰ ਦੇਖੀ, ਜਿਹੜਾ ਅਵਰਨ ਆ ਅਗਿਆਨ ਦੀਆਂ ਤਾਕਤਾਂ ਤੋਂ ਅਵਰਨ, ਤੇ ਅਵਰਨ ਦਾ ਮਤਲਬ ਹੁੰਦਾ ਅਗਿਆਨ ਦਾ ਪੜਦਾ, ਅਵਰਨ ਨਾ ਪੜਦੇ ਦਾ, ਉਹ ਪੜਦਾ ਕਿਹੜਾ? ਅਗਿਆਨ ਦਾ ਜਿਹੜਾ ਆਤਮ ਸਰੂਪ ਤੇ ਪਿਆ। ਤੇ ਦੂਸਰੀ ਅਗਿਆਨ ਦੀਆਂ ਤਾਕਤਾਂ ਵਖੇਬ, ਇਹ ਅਧਿਆਤਮ ਪ੍ਰਕਾਸ਼ ਆ ਜਾਊਗਾ। ਵਖੇਪ ਮਤਲਬ ਚੰਚਲਤਾ ਦਾ ਨਾਮ, ਉਹ ਚੰਚਲਤਾ ਕਿਹਦੀ ਆ? ਮਨ ਦੀ। ਇਹ ਅਵਰਨ ਵਖੇਪ ਜਾਂ ਗਿਆਨ ਦਾ ਪੜਦਾ, ਮਨ ਦੀ ਚੰਚਲਤਾ ਆਦਿ, ਇਹ ਮੈਲ ਆ। ਇਸ ਮੈਲ ਦੇ ਸਹਿਤ ਜਦੋਂ ਮਲਨ ਕਹੀਏ ਮਲੀਨ ਦ੍ਰਿਸ਼ਟੀ ਦੇ ਨਾਲ ਨੈਣ ਕਹੀਏ, ਜਿਹੜੀਆਂ ਮੈਲਾਂ ਦੱਸੀਆਂ ਨਾ, ਅਗਿਆਨ ਦਾ ਪੜਦਾ, ਮਨ ਦੀ ਚੰਚਲਤਾ ਆਦਿ ਪਾਪਾਂ ਦੀ ਮੈਲ ਸਹਿਤ, ਨੈਣ ਕਹੀਏ ਨੇਤਰਾਂ ਨਾਲ ਜਾਂ ਦ੍ਰਿਸ਼ਟੀ ਨਾਲ ਦੇਖੀਏ ਤਾਂ ਸਭ ਕੁਝ ਸਭ ਹੀ ਪਾਏ, ਤਾਂ ਸਭ ਪਾਏ ਕਹੀਏ ਤਰ੍ਹਾਂ ਦੇ, ਤਾਂ ਸਭ ਤਰ੍ਹਾਂ ਦੇ ਨਾਲ ਬ੍ਰਹਮ ਰੂਪੀ ਜਿਹੜਾ ਬਿੰਬ ਆ, ਬ੍ਰਹਮ ਰੂਪੀ ਬਿੰਬ, ਪਾਪ ਬਿੰਬ ਹੁੰਦਾ ਵਾ ਸਹੀ ਰੂਪ, ਤੇ ਬਿੰਬ ਦੇ ਪ੍ਰਤੀਬਿੰਬ ਰੂਪ ਜਗਤ 'ਚ ਸਭ ਕੁਝ ਹੀ ਨਜ਼ਰ ਆਉਂਦਾ। ਅਮਲ ਦ੍ਰਿਸ਼ਟ ਜਬ ਰਵ ਲਹਿਓ, ਪਰ ਜਦੋਂ ਅਮਲ ਕਹੀਏ ਮੈਲ ਤੋਂ ਰਹਿਤ, ਅਗਿਆਨ ਦਾ ਪਰਦਾ ਲਾ ਕੇ, ਮਨ ਦੀ ਚੰਚਲਤਾ ਲਾ ਕੇ, ਪਾਪਾਂ ਦੀ ਮੈਲ ਲਾ ਕੇ, ਮੈਲ ਤੋਂ ਰਹਿਤ, ਜਿਹੜੇ ਦ੍ਰਿਸ਼ਟੀ ਕਿਹੜੀ ਆ, ਨੇਤਰ ਕਿਹੜੇ ਆ? ਮਨ ਬੁੱਧ ਰੂਪੀ ਨੇਤਰ। ਉਹ ਮਨ ਬੁੱਧ ਰੂਪੀ ਨੇਤਰਾਂ ਦੀ ਜਿਹੜੀ ਵਿੱਚ ਗਿਆਨ ਰੂਪ ਦ੍ਰਿਸ਼ਟੀ ਆ ਨਾ, ਦ੍ਰਿਸ਼ਟ ਭਾਵ ਦ੍ਰਿਸ਼ਟੀ ਆ, ਉਹ ਦ੍ਰਿਸ਼ਟੀ ਦੇ ਨਾਲ ਜਬ ਗਈ ਜਦੋਂ ਰਵ ਲਹਿਓ, ਰਵ ਕੀ ਆ? ਪ੍ਰਕਾਸ਼ ਰੂਪ, ਉਹ ਕੀ ਆ? ਜਿਵੇਂ ਰਵ ਸੂਰਜ ਦਾ ਨਾਮ ਆ, ਤੇ ਇਹ ਸੂਰਜ ਕਿਹੜਾ? ਬ੍ਰਹਮ ਰੂਪ ਚੇਤਨ, ਚੇਤਨ ਹੀ ਪ੍ਰਕਾਸ਼ ਆ, ਸੂਰਜ ਵੀ ਪ੍ਰਕਾਸ਼ ਹੈ। ਚੇਤਨ ਬ੍ਰਹਮ ਰੂਪ ਸੂਰਜ ਨੂੰ ਲਹਿਓ ਕਹੀਏ ਜਦੋਂ ਦੇਖਿਆ ਹੈ, ਤਾਂ ਤਬ ਰਵ ਹੀ ਦਰਸਾਏ, ਤਾਂ ਸਭ ਆਕਾਰਾਂ ਨੂੰ ਛੱਡ ਕੇ, ਅਥਵਾ ਸਭ ਆਕਾਰਾਂ ਦੇ ਵਿੱਚ ਜਿਹੜਾ ਨਾ ਚੇਤਨ ਰੂਪ ਜਿਹੜਾ ਬ੍ਰਹਮ ਰੂਪ ਸੂਰਜ ਆ, ਉਹੀ ਨਜ਼ਰ ਆਉਂਦਾ। ਜਿਵੇਂ ਸੂਰਜ ਹੀ ਪ੍ਰਕਾਸ਼ਮਾਨ ਸੂਰਜ ਹੀ ਆਕਾਸ਼ ਵਿੱਚ ਦਿਖਦਾ ਨਾ, ਜਦੋਂ ਆਪਾਂ ਸਾਫ ਸਿੱਧਾ ਆਕਾਸ਼ ਵਿੱਚ ਦੇਖੀਏ। ਹਾਂਜੀ,
ਤੇ ਪਾਣੀ ਦਾ ਜਿਹੜਾ ਉਪਾਧੀ ਛੱਡਦੀ ਏ। ਇਸੇ ਤਰ੍ਹਾਂ ਮਨ ਦੀ ਚੰਚਲਤਾ, ਅਗਿਆਨ ਦਾ ਪੜਦਾ, ਇਹ ਛੱਡ ਦਈਏ ਤੇ ਫਿਰ ਕੀ ਜਿਹੜਾ ਇਹ ਜਿਹੜੀ ਅਗਿਆਨ ਦੇ ਪਰਦੇ ਕਰਕੇ, ਮਨ ਦੀ ਚੰਚਲਤਾ ਕਰਕੇ, ਪਾਪਾਂ ਦੀ ਮੈਲ ਕਰਕੇ, ਜਿਹੜਾ ਨਾ ਹਿਰਦੇ ਵਿੱਚ ਇਹ ਔਗੁਣ ਹੋਣੇ ਕਰਕੇ ਪ੍ਰਤੀਬਿੰਬ ਰੂਪ ਜਿਹੜਾ ਬ੍ਰਹਮ ਰੂਪ ਬਿੰਬ ਆ ਨਾ, ਉਹਦਾ ਪ੍ਰਤੀਬਿੰਬ ਜਿਹੜਾ ਪਾਪ ਪਰਛਾਵਾਂ ਰੂਪ ਆ, ਉਹ ਜਗਤ ਕੀ ਆ? ਪ੍ਰਤੀਬਿੰਬ ਰੂਪ ਆ। ਤੇ ਬ੍ਰਹਮ ਰੂਪ ਕੀ ਆ? ਬਿੰਬ ਆ। ਹੈ ਤੇ ਉਹਦੇ ਵਿੱਚ ਸਭ ਕੁਝ ਹੀ ਨਜ਼ਰ ਆਈ ਜਾਂਦਾ। ਪ੍ਰਤੀਰੂਪ ਬਿੰਬ ਜਗਤ ਆ, ਉਹਦੇ ਵਿੱਚ ਕੀ ਆ? ਸਭ ਹੀ ਭਾਏ ਸਭ ਤਰ੍ਹਾਂ ਨਾਲ ਨਜ਼ਰੀ ਆਉਂਦਾ, ਵੱਖੋ ਵੱਖਰੇ ਪ੍ਰਤੀਤ ਹੁੰਦੇ ਆ। ਜਿਵੇਂ ਮੈਲ ਚੰਚਲ ਪਾਣੀ ਦੇ ਵਿੱਚ ਜਿਹੜਾ ਸੂਰਜ ਕਈ ਤਰ੍ਹਾਂ ਦਿਖਦੇ ਆ, ਹਾਂਜੀ, ਤੇ ਸੂਰਜ ਦੇ ਇੱਕੋ ਹੀ ਆ। ਉਹ ਚੰਚਲਤਾ ਦੇ ਕਰਕੇ ਆ, ਮੈਲੀਨਤਾ ਕਰਕੇ ਆ। ਇਸੇ ਤਰ੍ਹਾਂ ਜਿਹੜਾ ਗਿਆਨ ਦਾ ਪਰਦਾ ਆ ਜਾਂ ਪਾਪਾਂ ਦੀ ਮੈਲ, ਉਹ ਮਲੀਨਤਾ ਵਾ। ਮਨ ਦੀ ਚੰਚਲਤਾ, ਮਨ ਨੂੰ ਹਿਰਦੇ ਰੂਪੀ ਜਲ ਦੇ ਵਿੱਚ ਚੰਚਲਤਾ ਹੀ ਹੈ, ਹਿਰਦੇ ਰੂਪੀ ਜਲ ਦੇ ਵਿੱਚ ਚੰਚਲਤਾ ਹੀ ਹੈ। ਉਹਦੇ ਕਰਕੇ ਜਿਹੜਾ ਬਿੰਬ ਰੂਪ ਹੈ ਨਾ ਬ੍ਰਹਮ, ਉਹਦਾ ਜਿਹੜਾ ਪ੍ਰਤੀਬਿੰਬ ਪੈਣ ਡਿਆ ਉਹ ਅੰਤःਕਰਨ ਦੇ ਵਿੱਚ, ਉਹ ਅੰਤःਕਰਨ ਦੇ ਵਿੱਚ ਚੰਚਲਤਾ ਦੇ ਕਰਕੇ, ਮਲੀਨਤਾ ਕਰਕੇ ਇਹ ਜਿਹੜਾ ਸਾਰਾ ਜਗਤ ਵੱਖੋ ਵੱਖਰਾ ਨਜ਼ਰੀ ਪ੍ਰਤੀਤ ਹੁੰਦਾ। ਵੱਖੋ ਵੱਖਰੇ ਜਿਵੇਂ ਸੂਰਜ ਦਿਖਦੇ ਆ, ਉਨੇ ਹੀ ਆਤਮਾ ਦਿਖਦੇ ਆ। ਪਰ ਜਦੋਂ ਹੀ ਅੰਤःਕਰਨ ਦੀ ਚੰਚਲਤਾ, ਗਿਆਨ ਦਾ ਪਰਦਾ ਢਾਇਆ, ਪਾਪਾਂ ਦੀ ਮੈਲ ਮਲੀਨਤਾ ਦੂਰ ਕੀਤੀ, ਸਿੱਧਾ ਸਿੱਧਾ ਗਿਆਨ ਦੀ ਦ੍ਰਿਸ਼ਟੀ ਨਾਲ ਮਨ ਬੁੱਧ ਰੂਪੀ ਨੇਤਰਾਂ ਦੇ ਰਾਹੀਂ ਦੇਖਿਆ ਤੇ ਕੀ ਨਜ਼ਰੀ ਆਇਆ? ਹਿਰਦੇ ਰੂਪੀ ਆਕਾਸ਼ ਦੇ ਵਿੱਚ ਹੀ ਬ੍ਰਹਮ ਰੂਪੀ ਸੂਰਜ ਜਿਹੜਾ ਚੇਤਨ ਪ੍ਰਕਾਸ਼ ਨਜ਼ਰੀ ਆ ਜਾਂਦਾ ਹੈ। ਸਾਰੇ ਅੰਤःਕਰਨਾਂ ਦੇ ਵਿੱਚ ਜਿਹੜਾ ਬ੍ਰਹਮ ਰੂਪ ਚੇਤਨ ਪ੍ਰਕਾਸ਼ ਰੂਪ ਸੂਰਜ, ਚੇਤਨ ਰੂਪ ਸੂਰਜ ਜਿਹੜਾ ਨਜ਼ਰੀ ਆ ਜਾਂਦਾ। ਇਸ ਤਰ੍ਹਾਂ ਨਾਲ ਇਹਦਾ ਭਾਵ ਅਰਥ ਵਿਦਵਾਨ ਜਿਹੜਾ ਕਰਦੇ। ਦੋਹਰਾ ਊਚ ਨੀਚ ਨਿਰਗੁਣ ਗੁਣੀ, ਰੰਕ ਨਾਥ ਰੂਪ। ਕਵੀ ਨਾਥ ਪੁਰੀ ਜੀ ਕਹਿੰਦੇ ਹਨ ਕਿ ਊਚ ਉੱਚਿਆਂ ਵਿੱਚ, ਨੀਚ ਨੀਵਿਆਂ ਵਿੱਚ, ਨਿਰਗੁਣ ਜੋ ਜਿਨ੍ਹਾਂ 'ਚ ਕੋਈ ਗੁਣ ਨਹੀਂ ਹੈ, ਪਾ ਗੁਣਾਂ ਤੋਂ ਖਾਲੀ ਲੋ ਜੋ ਖਾਲੀ ਹੈ, ਜਾਂ ਗੁਣੀ ਜਿਹੜੇ ਗੁਣ ਵਾਲੇ, ਉਹਨਾਂ ਸਾਰਿਆਂ ਵਿੱਚ ਹੀ ਰੰਕ, ਰੰਕ ਕਹੀਏ ਕੰਗਾਲ, ਨਾਥ ਕਹੀਏ ਅਮੀਰ, ਹਰ ਕਹੀਏ ਅਤੇ ਭੂਪ ਕਹੀਏ ਪਾਤਸ਼ਾਹ ਲੋਕ, ਰਾਜੇ ਲੋਕ, ਇਹਨਾਂ ਸਾਰਿਆਂ ਦੇ ਵਿੱਚ ਹੀ ਨਾਥ ਨਾਮ ਈਸ਼ ਦਾ ਵੀ ਹੁੰਦਾ। ਰੰਕ ਨਾਮ ਜੀਵ ਦਾ, ਭਾਵੇਂ ਰੰਕ ਦਾ ਅਰਥ ਜੀਵ ਵਿੱਚ, ਨਾਥ ਈਸ਼ ਵਿੱਚ ਤੇ ਭੂਪ ਬ੍ਰਹਮ ਦੇ ਵਿੱਚ। ਹਉ ਘਟ ਵੱਡ ਕਾਸੂ ਕਹੂੰ, ਮੈਂ ਘਟ ਜਾਂ ਵੱਧ ਕਾਸੂ, ਕਿਸ ਨੂੰ ਕਹਿਣਾ ਕਰਾਂ। ਕਾਸੂ ਦਾ ਅਰਥ ਕਿਸ ਨੂੰ ਕਹੂੰ ਕਹੀਏ, ਕਹਿਣਾ ਕਰਾਂ। ਹਉ ਕਹੀਏ ਮੈਂ, ਘੱਟ ਦਾ ਘੱਟ ਹੀ, ਵੱਧ ਦਾ ਵੱਧ ਹੀ, ਵੀ ਮੈਂ ਘੱਟ ਜਾਂ ਵੱਧ। ਕਾਸੋ ਕਹੀਏ ਕਿਸ ਨੂੰ ਕਹਿਣਾ ਕਰਾਂ। ਸਭ ਆਨੰਦ ਸਰੂਪ, ਸਭ ਉਹ ਜਿਹੜਾ ਨਾ ਆਨੰਦ ਸਰੂਪ ਪਰਮੇਸ਼ਰ ਹੀ ਹੈ, ਸਭ ਥਾਂ ਵਿੱਚ ਹੀ। ਭੂਪ ਕਹੀਏ ਵੀ ਰੰਕ ਨਾਥ ਭੂਪ, ਊਚ ਨੀਚ ਨਿਰਗੁਣ ਗੁਣੀ, ਸਭ ਵਿੱਚ ਹੀ ਆਨੰਦ ਸਰੂਪ ਹੀ ਹੈ ਪਰਮੇਸ਼ਰ। ਤੇ ਘੱਟ ਵੱਧ ਕਿਸੇ ਚੀਜ਼ ਉਹਦੇ ਆ ਪ੍ਰਕਾਸ਼ ਨਹੀਂ, ਸਾਰਿਆਂ ਵਿੱਚ ਉਨਾ ਹੀ। ਇਹਦਾ ਅਰਥ ਇਵੇਂ ਵੀ ਆਪਾਂ ਕਰ ਸਕਦੇ ਹਾਂ ਵੀ ਊਚ ਨੀਚ ਨਿਰਗੁਣ ਗੁਣੀ, ਉੱਚਾ ਨੀਚ ਨੀਵਾਂ, ਨਿਰਗੁਣ ਜਿਹੜਾ ਵੀ ਗੁਣਾਂ ਤੋਂ ਹੀਣਾ ਆ, ਤੇ ਗੁਣੀ ਜਿਹੜਾ ਗੁਣਾ ਗੁਣਵਾਨ ਆ, ਰੰਕ ਜਿਹੜਾ ਗਰੀਬ ਕੰਗਾਲ, ਨਾਥ ਸੁਆਮੀ ਮਾਲਕ, ਤੇ ਆ ਰਕਈਆ ਅਤੇ ਭੂਦਰ ਤੇ ਰਾਜਾ ਆਦਿ ਕੁਝ ਵੀ ਨਹੀਂ। ਉਹ ਕਿਹਨੂੰ ਕਹਿਣਾ। ਹਉ ਘੱਟ ਵੱਡ ਕਾਸੋਂ ਕਹੂੰ, ਵੀ ਇਸ ਲਈ
ਇਹ ਜਿੰਨੇ ਵੀ ਦਸੀਆਂ ਉੱਚੇ ਨੀਚੇ ਨਿਰਗੁਣ ਗੁਣੀ ਰੰਕ ਰਾਜਾ ਕੰਗਾਲ ਵੀ ਮੈਂ ਘੱਟ ਵੱਧ ਕਾਂਸੋਂ ਕਿਸ ਨੂੰ ਕਹੋ ਕਹੀ ਕਹਿਣਾ ਕਰਾਂ ਸਭ ਆਨੰਦ ਸਰੂਪ ਕਿਉਂਕਿ ਸਭ ਕਹੀਏ ਸਾਰੇ ਤਾਂ ਆਨੰਦ ਸੁਖ ਸਰੂਪ ਪਰਮੇਸ਼ਰ ਹੀ ਵਿਆਪਕ ਆ ਉਹ ਆਨੰਦ ਸਰੂਪ ਹੀ ਆ ਕਿਹਨੂੰ ਕਹੀਏ ਮਾੜਾ ਚੰਗਾ ਕਿਸੇ ਨੂੰ ਆਪਾਂ ਕਹਿ ਨਹੀਂ ਸਕਦੇ ਦੋਹਰਾ ਮਨ ਉਨਮੇਖ ਜਗਤ ਭਇਓ ਕੇਵਲ ਮਨ ਦੇ ਉਨਮੇਖ ਕਹੀਏ ਫੁਰਨੇ ਕਰਕੇ ਹੀ ਜਗਤ ਭਇਓ ਇਹ ਜਗਤ ਭਇਓ ਕਿ ਜਗਤ ਹੋਇਆ ਹੈ ਮਨ ਦਾ ਅਰਥ ਚਿੱਤ ਵੀ ਮਨ ਦਾ ਅਰਥ ਮਨ ਵੀ ਲਾ ਸਕਦੇ ਹਾਂ ਕਿ ਮਨ ਉਨਮੇਖ ਜਗਤ ਭਇਓ ਇਹ ਸਿੱਖ ਚਿੱਤ ਦੇ ਜਿਹੜਾ ਚੇਤ ਆ ਜਾਂ ਮਨ ਦੇ ਉਨਮੇਖ ਦਾ ਉਨਮੇਖ ਨਾਮ ਫੁਰਨੇ ਦਾ ਫੁਰਨੇ ਕਰਕੇ ਜਗਤ ਭਇਓ ਜਗ ਸੰਸਾਰ ਜਿਹੜਾ ਹੋਇਆ ਹੈ ਪ੍ਰਤੀਤ ਹੋ ਰਿਹਾ ਜਾਂ ਪੈਦਾ ਹੋ ਰਿਹਾ ਹੈ ਮਨ ਦੇ ਫੁਰਨੇ ਕਰਕੇ ਬਿਨ ਉਨਮੇਖ ਨਸਾਏ ਜਦੋਂ ਮਨ ਦੇ ਉਨਮੇਖ ਕਹੀਏ ਫੁਰਨੇ ਤੋਂ ਜਦੋਂ ਮਨ ਜਿਹੜਾ ਨਾ ਬਿਨ ਉਨਮੇਖ ਫੁਰਨਿਆਂ ਤੋਂ ਬਗੈਰ ਹੋ ਜਾਏ ਨਸਾਏ ਤਾਂ ਸਭ ਕੁਝ ਹੀ ਨਾਸ ਖਤਮ ਹੋ ਜਾਂਦਾ ਫੇਰ ਨਹੀਂ ਕੁਝ ਰਹਿ ਜਾਂਦਾ ਜਗਤ ਦਾ ਭਾਸਨਾ ਨਾਸ ਹੋ ਜਾਂਦਾ ਮਨ ਦੇ ਫੁਰਨਾ ਜੇ ਮਨ ਫੁਰਨੇ ਤੋਂ ਰਹਿਤ ਹੋ ਜਾਵੇ ਅਰਥਾਤ ਇਹਦਾ ਅਰਥ ਕੀ ਆ ਵੀ ਮਨ ਦੀ ਜਿਹੜੀ ਸੰਸਾਰ ਆਕਾਰ ਬਿਰਤੀ ਹੈ ਨਾ ਸੰਸਾਰ ਨੂੰ ਆਕਾਰ ਕਰਨ ਵਾਲੀ ਜਿਹੜਾ ਮਨ ਨੇ ਸੰਸਾਰ ਨੂੰ ਹੀ ਆਪਣਾ ਆਕਾਰ ਬਣਾਇਆ ਇਹ ਬਿਰਤੀ ਕਰਕੇ ਹੀ ਸੰਸਾਰ ਜਿਹੜਾ ਬ੍ਰਹਮ ਨਾਲੋਂ ਵੱਖਰਾ ਪ੍ਰਤੀਤ ਹੋ ਰਿਹਾ ਵੀ ਸੰਸਾਰ ਵੱਖਰਾ ਬ੍ਰਹਮ ਵੱਖਰਾ ਜਿਹੜੀ ਮਨ ਦੀ ਸੰਸਾਰਾਕਾਰ ਬਿਰਤੀ ਜਦੋਂ ਮਨ ਦੀ ਬਿਰਤੀ ਸੰਸਾਰਾਕਾਰ ਤੋਂ ਉਲਟ ਕੇ ਬ੍ਰਹਮ ਆਕਾਰ ਵਾਲੀ ਹੋ ਜਾਂਦੀ ਆ ਤਾਂ ਸੰਸਾਰ ਦਾ ਵੱਖਰਾ ਪੁਣਾ ਨਾਸ ਹੋ ਜਾਂਦਾ ਮਨ ਉਨਮੇਖ ਜਗਤ ਭਇਓ ਮਨ ਦੇ ਫੁਰਨੇ ਕਰਕੇ ਹੀ ਕਿਉਂਕਿ ਮਨ ਆਪਣਾ ਸਰੂਪ ਭੁੱਲਿਆ ਹੋਇਆ ਮਹਾਰਾਜ ਕਹਿੰਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣਾ ਮੂਲ ਨਹੀਂ ਨਾ ਪਛਾਣਦਾ ਮੁੱਢ ਨਹੀਂ ਜਾਣਦਾ ਤੇ ਮਨ ਦੁੱਖ ਸੁੱਖ ਨੂੰ ਜਿਹੜਾ ਹੈ ਮੰਨਦਾ ਹੈ ਮਨ ਦੀ ਸੰਸਾਰਾਕਾਰ ਬਿਰਤੀ ਭਾਵ ਮਨ ਦੀਆਂ ਪੰਜੇ ਜਿਹੜੀਆਂ ਬਿਰਤੀਆਂ ਜੋ ਵਿਦਵਾਨਾਂ ਨੇ ਕਹੀਆਂ ਹੋਈਆਂ ਉਹ ਪੰਜੇ ਵਿਸ਼ਿਆਂ ਨੂੰ ਗ੍ਰਹਿਣ ਕਰ ਰਹੀਆਂ ਪੰਜੇ ਗਿਆਨ ਇੰਦਰੀਆਂ ਦੇ ਰਾਹੀਂ ਅੱਖਾਂ ਬਾਹਰ ਦੇਖਦੀਆਂ ਕਦੀ ਅੰਤਰਮੁਖ ਨਹੀਂ ਹੁੰਦੀਆਂ ਬਿਰਤੀ ਅੰਤਰਮੁਖ ਨਹੀਂ ਹੁੰਦੀ ਕੰਨ ਸ਼ਬਦ ਗ੍ਰਹਿਣ ਕਰਦੇ ਬਾਹਰੀ ਅੰਤਰਮੁਖ ਨਹੀਂ ਹੁੰਦੀ ਆਪਣੇ ਸਹਿ ਸਰੂਪ ਨੂੰ ਨਹੀਂ ਪਛਾਣਦੇ ਮਨ ਦੇ ਇਹ ਬਿਰਤੀਆਂ ਕਰਕੇ ਉਨਮੇਖ ਫੁਰਨੇ ਹੁੰਦੇ ਆ ਤੇ ਸੰਸਾਰਾਕਾਰੀ ਬਿਰਤੀ ਹੁੰਦੀ ਹੈ ਜਿਸ ਕਰਕੇ ਜਗਤ ਭਇਓ ਪ੍ਰਤੀਤ ਹੋਣ ਡਿਆ ਜੇ ਮਨ ਦੀ ਬਿਰਤੀ ਜਿਹੜੀ ਆ ਸੰਸਾਰਾਕਾਰ ਤੋਂ ਉਲਟ ਕੇ ਅੰਤਰਮੁਖ ਹੋ ਜਾਵੇ ਭਾਵ ਬ੍ਰਹਮਾਕਾਰ ਬਿਰਤੀ ਹੋ ਜਾਵੇ ਤੇ ਬਿਨ ਉਨਮੇਖ ਫੁਰਨਿਆਂ ਤੋਂ ਰਹਿਤ ਹੋ ਸਕਦਾ ਤੇ ਨਸਾਈ ਸਭ ਕੁਝ ਹੀ ਨਾਸ ਫਿਰ ਹੋ ਜਾਂਦਾ ਫਿਰ ਸੰਸਾਰ ਪ੍ਰਤੀਤ ਨਹੀਂ ਹੁੰਦਾ ਫਿਰ ਅੰਤਰ ਆਤਮਾ ਪ੍ਰਤੀਤ ਹੁੰਦਾ ਕਹੋ ਜਗਤ ਕਿਤ ਸੰਭਵ ਹੈ ਦੱਸੋ ਕਹੋ ਅਰਥ ਦੱਸੋ ਫਿਰ ਜਗਤ ਜਿਹੜਾ ਸੰਸਾਰ ਦਾ ਸਤ ਰਹਿਣਾ ਵੀ ਸਦਾ ਹੀ ਰਹੇਗਾ ਕਿਤ ਸੰਭਵ ਹੈ ਕਿਤ ਕਹੀਏ ਕਿਵੇਂ ਕਹਿਣਾ ਸੰਭਵ ਹੈ ਬਣਦਾ ਮਨ ਹੀ ਜਹਾਂ ਬਿਲਾਏ ਜਹਾਂ ਜਿੱਥੇ ਮਨ ਦਾ ਫੁਰਨਾ ਹੀ ਬਿਲਾਏ ਨਾਸ ਹੋ ਗਿਆ ਜਿੱਥੇ ਮਨ ਦਾ ਸੰਕਲਪ ਹੀ ਬਿਲਾਏ ਦਾ ਅਰਥ ਹੈ ਨਾਸ ਹੋ ਗਿਆ ਨਾ ਮਨ ਹੀ ਜਹਾਂ ਦਾ ਅਰਥ ਜਿੱਥੇ ਮਨ ਦਾ ਫੁਰਨਾ ਹੀ ਨਾਸ ਹੋ ਗਿਆ ਕਹੋ ਦਾ ਅਰਥ ਉਹ ਦੱਸੋ ਵੀ ਜਗਤ ਉੱਥੇ ਕਿਤ ਕਹੀਏ ਕਿਵੇਂ ਕਹਿਣਾ ਸੰਭਵ ਬਣਦਾ ਹੀ ਨਹੀਂ
ਭਾਵ ਮਨ ਦੇ ਫੁਰਨੇ ਕਰਕੇ ਹੀ ਤੇ ਸੰਸਾਰ ਪੈਦਾ। ਜਿੱਥੇ ਮਨ ਦੇ ਫੁਰਨੇ ਹੀ ਨਾਸ ਹੋ ਗਏ ਆ, ਫਿਰ ਉੱਥੇ ਸੰਸਾਰ ਦੀ ਹੋਂਦ ਵੀ ਨਹੀਂ ਰਹਿੰਦੀ। ਫਿਰ ਤੇ ਜੋਤ ਸਰੂਪ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਗੁਰੂ ਸਾਹਿਬ ਜੀ ਨੇ ਲਿਖਿਆ ਹੈ ਕਿ ਤੇਰਾ ਮੂਲ ਕੀ ਆ, ਤੇਰੀ ਤੇ ਕਵਨ ਦ੍ਰਿਸ਼ਟਾਨੀ, ਤੇਰੀ ਦ੍ਰਿਸ਼ਟੀ ਕਿਹੜੀ, ਤੇਰੀ ਦ੍ਰਿਸ਼ਟੀ 'ਚ ਕੌਣ ਹੈ। ਤੇ ਜਦੋਂ ਹੁਣ ਮਨ ਦੇ ਫੁਰਨੇ ਕਰਕੇ ਸੰਸਾਰ ਪੈਦਾ ਹੈ, ਸੰਸਾਰਾਕਾਰ ਬਿਰਦੀ ਕਰਕੇ ਬ੍ਰਹਮਾਕਾਰ ਬਿਰਦੀ ਹੋ ਗਈ। ਮਨ ਦੇ ਸਾਰੇ ਫੁਰਨੇ ਬਿਲਾਏ ਨਾਸ। ਕਹੋ ਫਿਰ ਦੱਸੋ ਵੀ ਜਗਤ ਕਿਵੇਂ ਕਹਿਣਾ ਸੰਭਵ ਹੈ, ਬਣਦਾ ਹੀ ਨਹੀਂ। ਫਿਰ ਤੇ ਇਹ ਫਿਰ ਭਾਵ ਮਨ ਦੀ ਖੇਡ ਆ। ਇਹ ਮਨ ਚੰਚਲ ਹੀ ਆ, ਉੱਡ ਉੱਡਦਾ ਦਿਸ ਜਾਏ, ਉੱਡ ਉੱਡ ਕੇ ਜਾਂਦਾ। ਦੋਹਰਾ ਨਹਿ ਕਾਰਨ ਕਾਰਜ ਕਛੂ, ਨਹਿ ਦਾ ਅਰਥ ਨਾਹੀ ਮਾਇਆ ਮਲ ਵਿਦਿਆ ਆਦਿ ਜਿਹੜੇ ਆ ਕਾਰਨ, ਕਾਰਨ ਹੇਤ, ਕਾਰਨ ਅਰਥ ਕਾਰਨ ਜਾਂ ਹੇਤ ਸਬਬ। ਨਾਹੀ ਕਛੂ ਕਹੀਏ ਕੁਝ, ਜੀਵ ਈਸ਼ਰ ਆਦਿ ਕਾਰਜ ਜਿਹੜੇ ਕਾਮਿਆਂ ਅਤੇ ਨਾਹਿਨ ਕਾਲ ਰਹਿ ਦੇਸ਼। ਨਾਹਿਨ ਕਹੀਏ ਨਾ ਹੀ ਜਿਹੜਾ ਭੂਤ ਭਵਿੱਖ ਵਰਤਮਾਨ ਕਾਲ ਸਮਾਂ ਹੈ, ਨਹਿ ਦੇਸ਼, ਤੇ ਨਾ ਹੀ ਕੋਈ ਜਿਹੜਾ ਦੇਸ਼ ਕਹੀਏ ਭਾਰਤ, ਨੇਪਾਲ, ਚੀਨ ਆਦਿ ਜਾਂ ਮਾਝਾ ਮਾਲਵਾਲ ਦਾ ਆਦਿ ਦੇਸ਼ ਇਲਾਕੇ ਹੁੰਦੇ ਨੇ। ਇਹ ਸਾਰੇ ਹੀ ਥੋੜੇ ਮਾਤਰ ਵੀ ਨਹੀਂ ਹੈ। ਸੇਵ ਸਰੂਪ ਪੂਰਨ ਅਚਲ, ਉਸ ਸੇਵ ਕਹੀਏ ਕਲਿਆਣ ਸਰੂਪ, ਪੂਰਨ ਕਹੀਏ ਵਿਆਪਕ, ਅਚਲ ਕਹੀ ਚੱਲਣ ਤੋਂ ਰਹਿਤ ਪਰਮੇਸ਼ਰ ਵਿੱਚ। ਸਜਾਤ ਵਿਜਾਤ ਨਾ ਲੇਸ, ਸਜਾਤ ਕਹੀਏ ਸਜਾਤੀ, ਵਿਜਾਤ ਕਹੀਏ ਵਿਜਾਤੀ ਆਦਿ ਦਾ ਲੇਸ ਕਹੀਏ ਥੋੜੇ ਮਾਤਰ ਵੀ ਭੇਦ ਨਾ ਨਹੀਂ ਹੈ। ਕੋਈ ਲੇਸ ਥੋੜਾ ਬਹੁਤਾ ਵੀ ਲੇਸ ਮਾਤਰ ਵੀ ਭੇਦ ਨਹੀਂ ਹੈ। ਨਾ ਕਾਰਨ ਕਾਰਜ ਕਛੂ, ਇੱਕ ਆਦਿ ਵਿਚਾਰ ਹੁੰਦੀ ਆ। ਇਹ ਵਿਚਾਰ ਹੁੰਦੀ ਆ ਆਤਮ ਸਰੂਪ ਦੀ, ਵੀ ਉਹ ਸਿੱਖ ਜਿਹੜਾ ਤੇਰਾ ਆਤਮ ਸਰੂਪ ਹੈ ਨਾ, ਜਾਂ ਵੀ ਉਸ ਆਤਮ ਸਰੂਪ ਵਿੱਚ ਨਾ ਬ੍ਰਹਮ ਸਰੂਪ ਵਿੱਚ ਕਾਰਨ ਕੀ ਆ, ਮਾਇਆ ਹੀ ਆ। ਉਹ ਮਾਇਆ ਕਾਰਨ ਹੀ ਆ। ਉਹ ਜਿਹਦੇ ਮਾਇਆ ਦਾ ਕਾਰਨ ਕੀ ਆ, ਬ੍ਰਹਮ ਆ। ਤੇ ਸੰਸਾਰ ਦਾ ਕਾਰਨ ਕੀ ਆ, ਮਾਇਆ। ਭਾਵੇਂ ਮਾਇਆ ਪਰਮੇਸ਼ਰ ਸੱਤਿਆ ਲੈ ਕਰ ਰਹੀ ਹੈ, ਪਰ ਮਤਲਬ ਪ੍ਰਕਰਨ ਮੁਤਾਬਕ ਕਾਰਨ ਕਰਕੇ ਕਾਰਜ ਹੈ। ਤੇ ਮਾਇਆ ਦਾ ਕਾਰਨ ਕੀ ਹੈ, ਬ੍ਰਹਮ ਆ। ਸੰਸਾਰ ਦਾ ਕਾਰਨ ਵੀ ਬ੍ਰਹਮ ਹੀ ਆ, ਪਰ ਜਿਹੜੀ ਵਿੱਚ ਮਾਇਆ ਉਸਨੇ ਰੱਖੀ ਆ, ਉਸ ਕਲਾ ਕਰਕੇ ਕਾਰਨ ਦਾ ਅਰਥ ਇੱਥੇ ਲੈਣਾ ਮਾਇਆ। ਤੇ ਜਾਂ ਵੀ ਅਵਿਦਿਆ। ਤੇ ਮਾਇਆ ਦਾ ਕਾਰਜ ਕੀ ਹੈ, ਕਾਰਨ ਭਾਵ ਮਾਇਆ ਤੇ ਅਵਿਦਿਆ। ਤੇ ਮਾਇਆ ਦਾ ਕਾਰਜ ਕੀ ਹੈ, ਈਸ਼ਰ, ਸ਼ੁੱਧ ਸਤੋਗੁਣ ਸਹਿਤ। ਤੇ ਅਵਿਦਿਆ ਦਾ ਕਾਰਜ ਕੀ ਆ, ਜੀਵ। ਇਹ ਜਿਹੜੇ ਕਾਰਨ ਕਾਰਜ ਆ ਨਾ, ਭਾਵ ਨਹਿ ਤੇਰੇ ਆਤਮ ਸਰੂਪ ਵਿੱਚ ਕੋਈ ਜਿਹੜਾ ਕਾਰਨ ਮਾਇਆ ਵਿਦਿਆ ਕਾਰਜ ਕਹੀਏ ਜੀਵ ਈਸ਼ ਕਛੂ, ਕਛੂ ਕਹੀਏ ਕੁਝ ਥੋੜੇ ਮਾਤਰ ਵੀ ਨਹੀਂ ਹੈ। ਠੀਕ ਹੈ ਜੀ। ਕਾਰਜ ਕਾਹਦੇ ਸਰੀਰਾਂ ਦੇ ਹੁੰਦੇ ਹੈ, ਉਹ ਤੇ ਸਗੋਂ ਖੁਦ ਆਤਮਾ ਜਿਹੜਾ ਪ੍ਰਮਾਤਮਾ ਦਾ ਰੂਪ ਆ, ਜਾਂ ਆਤਮ ਕਈ ਤਰ੍ਹਾਂ ਆਪਣਾ ਸੋਚੋ ਬ੍ਰਹਮ ਸਰੂਪ ਆ, ਉਹ ਤੇ ਇਹਨਾਂ ਦਾ ਵੀ ਕਾਰਨ ਆ। ਉਹ ਤੇ ਇਹਨਾਂ ਦਾ ਵੀ ਕਾਰਨ ਆ, ਤੇ ਇਹ ਸਗੋਂ ਕਾਰਜ ਆ। ਤੇਰੇ ਆਤਮ ਸੂਚ ਕੁਝ ਵੀ ਨਹੀਂ ਬਣਦਾ ਹੈ ਕਹਿਣਾ। ਨਾ ਹੀ ਕਾਲ ਨਾ ਦੇਸ਼, ਤੇ ਨਾ ਹੀ ਉਸ ਆਤਮ ਸਰੂਪ ਵਿੱਚ ਕਾਲ ਕਹੀਏ ਜਿਹੜਾ ਸਮਾਂ ਆ, ਉਹ ਕੀ ਭੂਤ ਜਿਹੜਾ ਲੰਘ ਗਿਆ, ਤੇ ਵਰਤਮਾਨ ਜਿਹੜਾ ਚੱਲਣ ਡਿਆ, ਭਵਿੱਖ ਜਿਹੜਾ ਆਉਣ ਵਾਲਾ ਆਦਿ ਕਾਲ ਵੀ ਨਾਹਨ ਕਹੀਏ ਨਹੀਂ। ਨਾ ਦੇਸ਼, ਨਾ ਹੀ ਉਹਦੇ ਵਿੱਚ ਜਿਹੜਾ ਮਾਲਵਾ
ਦੁਆਬਾ, ਪੋਠੋਹਾਰਾ ਤੇ ਆਪਣੇ ਇਲਾਕੇ ਦੇ ਦੇਸ਼ ਹਨ, ਆਦਿ ਦੇਸ਼ ਜਾਂ ਹੋਰ ਜਿਹੜੇ ਦੇਸ਼ ਆ ਵੱਡੇ ਵੱਡੇ, ਅਮਰੀਕਾ, ਕੈਨੇਡਾ, ਇਹ ਦੇਸ਼ ਹੁੰਦੇ, ਇਲਾਕੇ ਹੁੰਦੇ, ਇਹ ਵੀ ਤੇਰੇ ਇਸ ਰੂਪ ਵਿੱਚ ਨਹੀਂ ਹੈਗਾ। ਜਾਂ ਤੇਰਾ ਇਹ ਜਿਹੜਾ ਸਰੀਰ ਆਤਮ ਰੂਪ ਹੈ ਉਹ ਇੱਕ ਦੇਸ਼ ਦਾ ਵਾਸੀ ਨਹੀਂ, ਸਰਬ ਵਿਆਪੀ ਆ। ਤੇ ਦੇਸ਼ ਜਾਂ ਦੇ ਨੇਤਰ, ਕੰਠ ਵੀ ਇੱਕ ਦੇਸ਼ ਆ, ਹਿਰਦਾ ਵੀ ਦੇਸ਼ ਆ। ਨਾ ਹੀ ਨੇਤਰ, ਕੰਠ, ਹਿਰਦੇ ਰੂਪ ਜੀਵ ਦੇ ਦੇਸ਼ ਹਨ। ਇਹ ਜਿਹੜਾ ਜੀਵ ਹੈ ਨਾ, ਵਿਸ਼ਵ ਚ ਜਿਹੜਾ ਵਿਸ਼ਵ ਨਾਮੇ ਜੀਵ ਉਹ ਨੇਤਰ ਚ ਹੁੰਦਾ, ਉਹ ਕੰਠ ਚ ਹੁੰਦਾ, ਹਿਰਦੇ ਚ ਹੁੰਦਾ, ਇਹ ਵੀ ਨਹੀਂ ਹੈ ਉਹਦੇ ਵਿੱਚ। ਇਹ ਅੱਗੇ ਆ ਹੀ ਜਾਏਗਾ। ਵਿਸ਼ਵ ਨਾਮੇ, ਤੇਜਸਵ ਨਾਮੇ ਤੇ ਪ੍ਰਾਗਯ ਨਾਮੇ ਜੀਵ, ਇਹ ਜੀਵ ਦੇ 3 ਨਾਮ ਆ। ਇਹ ਤਿੰਨੇ ਜੀਵ ਵੀ ਜਿਹੜੇ ਆ ਨਾ, ਇਹ ਵੀ ਤੇਰੇ ਸਰੂਪ ਵਿੱਚ ਨਹੀਂ ਹੈਗੇ। ਸੇਵ ਸਰੂਪ ਪੂਰਨ ਚਾਲ, ਦੁਬਾਰਾ ਅਰਥ ਕਰਨ ਦੇ ਤਾਂ ਜੋ ਸਮਝ ਆ ਜੇ। ਉਹ ਸੇਵ ਸਰੂਪ, ਉਹ ਤੇ ਤੇਰਾ ਆਤਮ ਸਰੂਪ ਜਿਹੜਾ ਨਾ ਕਲਿਆਣ ਸਰੂਪ ਆ, ਪੂਰਨ ਸਰਬ ਵਿਆਪਕ ਆ, ਅਤੇ ਅਚਲ ਕਹੀਏ ਚੱਲਣ ਤੋਂ ਰਹਿ, ਭਾਵ ਚਲਾਇਮਾਨ ਤੋਂ ਰਹਿ, ਚਲਾਇਮਾਨ ਨਹੀਂ ਹੁੰਦਾ। ਸਜਾਤ ਵਿਜਾਤ ਨਾ ਲੇਸ, ਉਸ ਵਿੱਚ ਸਜਾਤੀ ਭੇਦ ਨਹੀਂ ਹੈਗਾ। ਸਜਾਤੀ ਭੇਦ ਹੁੰਦਾ ਜਿਵੇਂ ਆਪਣੀ ਜਾਤੀ ਦੇ ਹੋਰ ਸਰੂਪ ਹੋਣ। ਜਿੱਦਾਂ ਸਾਡੀ ਆਪਣੀ ਜਾਤੀ ਆ ਵੀ, ਜੇ ਮੰਨ ਲਓ ਬ੍ਰਾਹਮਣ ਹੈ ਤੇ ਬ੍ਰਾਹਮਣ ਜਾਤੀ ਦੇ ਹੋਰ ਕਿੰਨੇ ਬ੍ਰਾਹਮਣ ਆ, ਭਾਵ ਉਹਦੀ ਐਸੀ ਕੋਈ ਜਾਤੀ ਵਾਲਾ ਨਹੀਂ। ਜਾਂ ਜਿਵੇਂ ਜੱਟ ਜਾਤ ਬਣੀ ਹੋਈ ਹੈ ਤੇ ਜੱਟ ਜਾਤੀ ਦੇ ਹੋਰ ਕਿੰਨੇ ਜੱਟ ਆ, ਐਸੀ ਕੋਈ ਸਵੈ ਜਾਤੀ ਨੂੰ ਕਹਿੰਦਾ ਸਵੈ ਜਾਤੀ, ਆਪਣੀ ਜਾਤੀ ਦੇ ਹੋਰ ਹੋਣੇ। ਇਹ ਉਸ ਵਿੱਚ ਸਜਾਤੀ ਭੇਦ ਨਹੀਂ ਹੈ। ਵੈਜਾਤੀ, ਜਾਤੀ ਭੇਦ ਭਾਵ ਆਪਣੀ ਜਾਤੀ ਤੋਂ ਦੂਜੀ ਜਾਤੀ। ਇਹ ਬ੍ਰਾਹਮਣ ਤੋਂ ਵੇ ਨਾਮ ਉਲਟਦਾ ਹੁੰਦਾ, ਉਲਟੀ ਜਾਤੀ। ਉਲਟੀ ਜਾਤੀ ਕੀ, ਬ੍ਰਾਹਮਣ ਤੋਂ ਖੱਤਰੀ ਹੈ। ਤੇ ਉਹ ਤੇ ਵੀ ਪਰਮੇਸ਼ਰ ਵੀ ਤੇਰੇ ਆਤਮ ਸਰੂਪ ਹੀ ਬ੍ਰਾਹਮਣ ਰੂਪ ਆ, ਉਹ ਤੋਂ ਉਲਟੀ ਜਾਤੀ ਦਾ ਆਤਮ ਸਰੂਪ ਜਾਤੀ ਭੇਦ ਹੈਗਾ ਨਾ, ਇਹ ਵੀ ਨਹੀਂ ਹੈਗਾ। ਜਾਤੀ ਭੇਦ ਵੀ ਨਹੀਂ ਹੈ। ਜਾਤੀ ਭੇਦ ਦੇ ਸਰੂਪ ਵੀ ਕੋਈ ਨਹੀਂ ਹੈਗਾ ਆਤਮ ਸਰੂਪ ਦੇ ਬਰਾਬਰ ਦਾ, ਨਾ ਲੇਸ ਮਾਤਰ ਵੀ ਨਹੀਂ। ਬ੍ਰਹਮ ਦੀ ਸੋ ਜਾਤੀ, ਆਪਣੀ ਜਾਤੀ ਦਾ ਕੋਈ ਦੂਜਾ ਬ੍ਰਾਹਮਣ ਨਹੀਂ ਹੈ, ਅਥਵਾ ਅਰਥ ਵਿਜਾਤੀ ਨਾਮ, ਦੂਸਰੀ ਜਾਤੀ ਦਾ ਹੋਰ ਕੋਈ ਦੂਜਾ ਬ੍ਰਾਹਮਣ ਨਹੀਂ, ਸੌਖਾ ਸਮਝਣ ਲਈ। ਉਹ ਭੇਦਾਂ ਤੋਂ ਰਹਿਤ ਸਰੂਪ ਹੈ ਤੇਰਾ ਆਤਮ ਸਰੂਪ ਜਾਂ ਬ੍ਰਹਮ ਸਰੂਪ, ਜਾਂ ਫੇਰ ਇੱਕ ਤੇਰਾ ਮੇਰਾ ਜਿਹੜਾ ਆਤਮ ਸਰੂਪ ਇੱਕ ਹੀ ਆ। ਉਹਦੇ ਵਿੱਚ ਜਾਤੀ ਵਿਜਾਤੀ ਭੇਦ ਲੇਸ ਕਹੀਏ ਭੋਰਾ ਮਾਤਰ ਵੀ ਨਹੀਂ ਹੈ। ਦੋਹਰਾ ਏਕ ਹੂੰ ਕਹਿਤ ਬਣੇ ਨਹੀਂ, ਤੇ ਉਸ ਬ੍ਰਹਮ ਨੂੰ ਏਕ ਜਾਂ ਪਰਮਾਤਮਾ ਬ੍ਰਹਮ ਕਹਿ ਲਓ, ਆਤਮ ਸਰੂਪ ਕਹਿ ਲਓ, ਉਸ ਪਰਮਾਤਮਾ ਨੂੰ ਬ੍ਰਹਮ ਨੂੰ ਏਕ ਹੂੰ ਜਿਹੜਾ ਇੱਕ ਆ ਨਾ, ਕਹਿਤ ਬਣੇ ਨਹੀਂ, ਕਹਿਣਾ ਵੀ ਬਣੇ ਕੋਈ ਬਣਦਾ ਨਹੀਂ, ਇੱਕ ਕਹਿਣਾ ਬਣਦਾ ਹੀ ਨਹੀਂ। ਕਿਉਂਕਿ ਉਹ ਜਿਹਾ ਜੇ ਕੋਈ ਹੋਰ ਹੋਵੇਗਾ ਤਾਂ ਹੀ ਆਖੀਏ ਕਿ ਹੋਰ ਕੋਈ ਵੱਖਰਾ ਨਹੀਂ ਹੈ, ਬ੍ਰਹਮ ਇੱਕ ਹੈ। ਕਿਉਂਕਿ ਜੇ ਉਹ ਜਿਹਾ ਕੋਈ ਹੋਰ ਹੋਵੇਗਾ ਤਾਂ ਹੀ ਆਖੀਏ ਕਿ ਹੋਰ ਕੋਈ ਵੱਖਰਾ ਨਹੀਂ ਹੈ, ਬ੍ਰਹਮ ਇੱਕ ਹੈ। ਦੋਏ ਕਹੋ ਕਿ ਭਾਏ, ਤਾਂ ਕਿ ਫਿਰ ਬ੍ਰਹਮ ਦੋ ਹਨ, ਏਕ ਹੂੰ ਕਹਿਤ ਬਣੇ ਨਹੀਂ। ਇਸ ਇੱਕ ਕਹਿਣਾ ਬਣਦਾ ਹੀ ਨਹੀਂ। ਕਿਉਂ ਨਹੀਂ ਬਣਦਾ? ਕਿਉਂਕਿ ਉਹ ਜਿਹਾ ਜੇ ਹੋਰ ਹੋਵੇ ਤਾਂ ਹੀ ਆਖੀਏ ਕਿ ਹੋਰ ਕੋਈ ਵੱਖਰਾ ਨਹੀਂ ਆ, ਬ੍ਰਹਮ ਤਾਂ ਇੱਕ ਹੈ।
ਇਹਦਾ ਭਾਵ ਸਮਝਦੇ ਤੁਸੀਂ ਕਿ ਨਹੀਂ? ਏਕ ਹੂੰ ਕਹਿਤ ਬਣਨੀ, ਇੱਕ ਵੀ ਕਹਿਣਾ ਨਹੀਂ ਬਣਦਾ। ਕਿਉਂ ਨਹੀਂ ਇੱਕ ਕਹਿਣਾ ਬਣਦਾ? ਵੀ ਜੇ ਇਹੋ ਜਿਹਾ ਕੋਈ ਹੋਰ ਹੋਵੇਗਾ ਫੇਰ ਹੀ ਕਵਾਂਗੇ ਨਾ ਭਾਈ ਵੀ ਇੱਕੋ ਹੀ ਆ, ਦੂਜਾ ਨਹੀਂ ਹੈਗਾ। ਫਿਰ ਤੁਲਨਾ ਦੇਣ ਵਾਸਤੇ ਕਹਿਣਾ ਪਊਗਾ ਵੀ ਇੱਕੋ ਹੀ ਆ, ਦੂਜਾ ਨਹੀਂ ਹੈ, ਤਾਂ ਹੀ ਇੱਕ ਕਵਾਂਗੇ ਨਾ। ਇੱਕ ਕਹਿਣਾ ਬਣਦਾ ਨਹੀਂ। ਤੇ ਪ੍ਰਸ਼ਨ ਖੜਾ ਹੁੰਦਾ ਵੀ ਫਿਰ ਕੀ ਹੈ? ਦੋ ਬ੍ਰਹਮ ਆ। ਦੋਏ ਕਹੋ ਕਿਹ ਭਾਏ, ਤੇ ਦੋਏ ਕਹੋ ਕਿਹ ਭਾਏ, ਤੇ ਵੀ ਦੋ ਵੀ ਕਿਸ ਪ੍ਰਕਾਰ ਕਹੀਏ? ਜੇਕਰ ਦੋਏ ਕਹੋ ਵੀ ਦੋਏ ਕਹੋ ਕਹਿਣਾ ਕਰਾਂ ਤਾਂ ਕਿਹ ਭਾਏ ਵੀ ਕਿਸ ਤਰ੍ਹਾਂ ਕਹਿਣਾ ਕਰਾਂ, ਕਿਉਂਕਿ ਦੂਸਰਾ ਉਸ ਵਰਗਾ ਕੋਈ ਹੋਰ ਹੋਵੇ ਤੇ ਫਿਰ ਤੇ ਕਹਿਣਾ ਬਣਦਾ। ਜੇ ਦੂਸਰਾ ਦੇ ਵਰਗਾ ਹੋਰ ਕੋਈ ਹੋਵੇ ਤਾਂ ਆਖਾਂ, ਇਸ ਲਈ ਦੂਸਰਾ ਕਹਿਣਾ ਬਣਦਾ ਹੀ ਨਹੀਂ। ਦੋਏ ਕਹੋ ਕਿਹ ਭਾਏ, ਦੂਜਾ ਕਿਵੇਂ ਕਹੀਏ ਕਿ ਵੀ ਉਹ ਹੈ, ਉਹਦੇ ਵਰਗਾ ਦੂਸਰਾ ਕੋਈ ਹੈ ਨਹੀਂ। ਉਹਨੇ ਤੋਂ ਉੱਪਰ ਦੱਸਿਆ ਵੀ ਸਜਾਤੀ ਵਿਜਾਤੀ ਭੇਦ ਤੋਂ ਪਰੇ ਉਹਦੀ ਜਾਤੀ ਦਾ, ਉਲਟੀ ਜਾਤੀ ਦਾ ਕੋਈ ਨਹੀਂ। ਤੇ ਉਹ ਕਲਿਆਣ ਸਰੂਪ ਆ, ਵਿਆਪਕ ਰੂਪ ਆ, ਚੱਲ ਸਰੂਪ ਆ। ਇਸੇ ਕਰਕੇ ਏਕ ਹੂੰ ਕਹਿਤ ਬਣੇ ਨਹੀਂ, ਇੱਕ ਵੀ ਕਹਿਣਾ ਨਹੀਂ ਬਣਦਾ। ਇੱਕ ਕਹਿਣਾ ਤਾਂ ਬਣਦਾ ਵਾ ਜੇ ਦੋ ਹੋਣ ਤੇ। ਹਾਂਜੀ, ਵੀ ਜੇ ਦੋਏ ਕਹੋ ਵੀ ਜੇ ਦੋ ਕਹੀਏ ਤੇ ਫਿਰ ਉਹ ਕਿਹ ਭਾਈ ਕਿਸ ਤਰ੍ਹਾਂ ਕਹੀਏ, ਕਿਉਂਕਿ ਦੂਜਾ ਕੋਈ ਉਹਦੇ ਵਰਗਾ ਹੈ ਨਹੀਂ। ਭਾਵ ਦੋ ਇੱਕ ਦੀ ਗਿਣਤੀ ਕੋਈ ਹੈ ਹੀ ਨਹੀਂ। ਮੁੱਖ ਦੀ ਗੱਲ ਇਹੋ ਜਿਹੀ ਗਿਣਤੀਆਂ ਹੁੰਦੀਆਂ ਵਾ ਜਿੱਥੇ ਦੋ ਜਾਣੇ ਹੋਣ, ਜਿੱਥੇ ਦੁਬਿਧਾ ਹੋਵੇ, ਉਹਦੇ ਅਦਵੈਤ ਸਰੂਪ ਆ। ਫਿਰ ਇੱਕ ਨਾ ਇੱਕ ਕਹਿਣਾ ਬਣਦਾ, ਨਾ ਦੋ ਕਹਿਣੇ ਬਣਦਾ। ਭਾਵ ਇੱਕ ਤਾਂ ਕਹੀਏ ਜੇ ਦੋ ਹੋਣ, ਫਿਰ ਦੋ ਜੇ ਕਹੀਏ ਤੇ ਉਹ ਕਿਵੇਂ ਕਹੀਏ? ਕਹਿ ਨਹੀਂ ਸਕਦੇ ਕਿ ਦੂਜਾ ਕੋਈ ਇਹਦੇ ਵਰਗਾ ਹੈ ਨਹੀਂ। ਇਹਦਾ ਅਰਥ ਆ ਸੌਖੇ ਰੂਪ ਵਿੱਚ ਤੇ ਸਹੀ ਰੂਪ ਵਿੱਚ। ਪੂਰਨ ਰੂਪ ਵਿਹਾਈ ਸੀ। ਫਿਰ ਜੀਵ ਈਸ਼ਰ ਭੇਦ ਕਰਕੇ ਬ੍ਰਹਮ ਨੂੰ ਦੋ ਕਹਿ ਦਿਓ। ਫਿਰ ਪ੍ਰਸ਼ਨ ਖੜਾ ਹੁੰਦਾ ਵੀ ਜੀਵ ਈਸ਼ਰ ਆ, ਇੱਕ ਜੀਵ ਇੱਕ ਈਸ਼ਰ ਹੈ, ਇਹ ਭੇਦ ਆ। ਤੇ ਇੱਕ ਜੀਵ ਚ ਬ੍ਰਹਮ ਆ, ਇੱਕ ਈਸ਼ਰ ਚ ਬ੍ਰਹਮ ਆ। ਇਹ ਭੇਦ ਕਰਕੇ ਵੀ ਤੁਸੀਂ ਬ੍ਰਹਮ ਨੂੰ ਨਾ ਦੋ ਕਹਿ ਦਿਓ। ਪੂਰਨ ਰੂਪ ਵਿਹਾਈ ਸੀ। ਉੱਤਰ ਵਿੱਚ ਇਹ ਕਹਿੰਦੇ ਆ ਵੀ ਸਿੱਖ ਸੁਣ, ਵਿਆਪਕ ਸਰੂਪ ਜਿਹੜਾ ਬ੍ਰਹਮ ਆ, ਪੂਰਨ ਦਾ ਅਰਥ ਹੁੰਦਾ ਪਰਿਪੂਰਨ ਕਹਿ ਲਓ, ਵਿਆਪਕ ਕਹਿ ਲਓ। ਐਸਾ ਜਿਹੜਾ ਵਿਆਪਕ ਰੂਪ ਬ੍ਰਹਮ ਆ ਨਾ, ਤੇ ਉਸ ਨੂੰ ਵਿਹਾਇਸੀ ਕਰੀਏ, ਵਿਹਾਇਸੀ ਕਹੀਏ ਵਿਹਾ ਕਰਕੇ, ਭਾਵ ਤਿਆਗ ਕਰਕੇ, ਤੇ ਉਹਨੂੰ ਤਿਆਗ ਕਰਕੇ ਘਾਟ ਵੱਢ ਕਹਿਓ ਨਾ ਜਾਏ। ਘਾਟ ਜਾਂ ਵੱਢ ਕਹੀਏ ਵੱਧ, ਕੁਝ ਵੀ ਕਹਿਓ ਆਖਿਆ ਨਾ ਕਹੀਏ ਨਹੀਂ ਜਾਏ ਜਾਂਦਾ। ਠੀਕ ਆ, ਉਸਨੂੰ ਘੱਟ ਵੱਧ ਕਿਹਾ ਨਹੀਂ ਜਾ ਜਾਂਦਾ, ਕਿਉਂਕਿ ਜੀਵ ਈਸ਼ ਵੀ ਉਹਦੀ ਸੱਤਾ ਕਰਕੇ ਹੀ, ਮਾਇਆ ਤੋਂ ਹੀ, ਮਾਇਆ ਕਰਕੇ ਈਸ਼ਰ ਆ, ਅਵਿਦਿਆ ਕਰਕੇ ਜਿਹੜਾ ਜੀਵ ਆ। ਤੇ ਪਰ ਮਾਇਆ ਕਿੱਥੋਂ ਪੈਦਾ ਹੋਈ? ਬ੍ਰਹਮ ਤੋਂ। ਬ੍ਰਹਮ ਤੇ ਇਸ ਕਰਕੇ ਉਹਦੀ ਤੇ ਵਿਆਪਕਤਾ ਸਾਰੇ ਪਾਸੇ। ਪੂਰਨ ਰੂਪ ਵਿਹਾਈ ਸੀ। ਵੀ ਉਸ ਪੂਰਨ ਪਰਿਪੂਰਨ ਰੂਪ ਜਿਹੜਾ ਸਰੂਪ ਪਰਮੇਸ਼ਰ ਆ, ਉਹ ਆਕਾਸ਼ ਵਾਂਗ ਸਾਰੇ ਥਾਂ ਵਿੱਚ ਵਿਹਾਇਸੀ ਕਹੀਏ ਵਿਆਪਕ ਆ। ਵਿਆਪਕ ਆ ਨਾ ਜਦੋਂ, ਫਿਰ ਉਸ ਨੂੰ ਤਿਆਗ ਕੇ ਵੀ ਘੱਟ ਕਹਿਣਾ ਜਾਂ ਵੱਡ ਕਹਿਣਾ ਕਿਹਾ ਨਹੀਂ ਜਾ ਸਕਦਾ, ਕਿਉਂਕਿ ਵਿਆਪਕ ਜਿਹੜਾ ਵਿਆਪਕ ਆ ਉਹਨੂੰ ਘੱਟ ਵੱਡ ਕਿਵੇਂ ਕਿਹਾ ਜਾ ਸਕਦਾ? ਵਿਆਪਕ ਜੇ ਕਿਸੇ ਥਾਂ ਦੇਸ਼ ਦੇ ਵਿੱਚ ਉਹਦਾ ਵਾਸਾ ਹੋਵੇ ਨਾ, ਫਿਰ ਤੇ ਕਿਹਾ ਜਾ ਸਕਦਾ ਵੀ ਉਹ ਇੰਨੇ ਦੇਸ਼ ਵਿੱਚ ਆ, ਵੀ ਏਡਾ ਵੱਡਾ ਹੈ, ਏਡਾ ਵਧਿਆ ਹੋਇਆ ਵਾ, ਇੰਨਾ ਇਲਾਕਾ ਘੇਰਿਆ ਹੋਇਆ ਵਾ। ਜਾਂ ਥੋੜੇ ਇਲਾਕੇ ਵੀ ਉਹ ਘੱਟ ਥਾਂ ਤੇ ਆਖਿਆ ਜਦ ਵੀ ਇੰਨੇ ਥਾਂ 'ਚ ਹੈ, ਤੇ ਉਹ ਘੱਟ ਵੱਡ
ਘਟ ਵੱਧ ਕਹਿਓ ਨਾ ਜਾਏ। ਘਟ ਵੱਧ ਕਿਹਾ ਨਹੀਂ ਜਾ ਸਕਦਾ। ਕਿਉਂ ਨਹੀਂ ਕਿਹਾ ਜਾਂਦਾ? ਜਿਹੜਾ ਵਿਆਪਕ ਆ ਕਿਸੇ ਦੇਸ਼ ਦਾ ਵਾਸੀ ਨਹੀਂ ਆ, ਉਹਨੂੰ ਨਹੀਂ ਕਿਹਾ ਜਾਂਦਾ ਘਟ ਵੱਧ। ਵਿਆਪਕ ਸਰੂਪ ਨੂੰ ਤਿਆਗ ਕੇ ਨਹੀਂ ਕਿਹਾ ਜਾ ਸਕਦਾ। ਜਾਂ ਐਵੇਂ ਵੀ ਪਾਠ ਇੱਕ ਹੈ, ਪੂਰਨ ਰੂਪ ਵਿਹਾਇਸੀ ਘਟ ਦੇ ਅੱਗੇ ਵੱਡ ਦੀ ਥਾਂ ਮਟ ਪਾਠ ਆ। ਤੇ ਘਟ ਮਟ ਕਹਿਓ, ਕਹਿਓ ਦੇ ਹਾਹੇ ਨੂੰ ਸਿਹਾਰੀ ਆ, ਯਈਆ ਪੂਰਾ ਹੀ ਆ, ਉਹਨੂੰ ਹੋੜਾ। ਘਟ ਮਟ ਕਹਿਓ ਨਾ ਜਾਏ। ਭਾਵ ਵਿਆਪਕ ਸਰੂਪ ਬ੍ਰਹਮ ਨੂੰ ਵਿਹਾਇਸੀ ਕਹੀਏ ਤਿਆਗ ਕਰਕੇ ਨਾ। ਵਿਹਾਇਸੀ ਦਾ ਅਰਥ ਵਿਆਪਕ ਵੀ ਆ ਤੇ ਤਿਆਗ ਵੀ ਆ। ਭਾਵ ਵਿਆਪਕ ਸਰੂਪ ਨੂੰ ਜਿਹੜਾ ਵਾ ਵਿਹਾਇਸੀ ਕਹੀਏ ਤਿਆਗ ਕਰਕੇ, ਜਿਹੜਾ ਘਟ ਆ ਭਾਵ ਜੀਵ, ਤੇ ਮਟ ਕੀ ਆ? ਈਸ਼। ਮਟ ਦੀ ਨਹੀਂ ਈਸ਼, ਘਟ ਦੀ ਨਹੀਂ ਜੀਵ। ਕਿਉਂਕਿ ਘੜਾ ਛੋਟਾ ਹੁੰਦਾ, ਮਟ ਮਕਾਨ ਵੱਡਾ ਹੁੰਦਾ, ਤੇ ਈਸ਼ਰ ਵੱਡਾ, ਜੀਵ ਛੋਟਾ। ਇਸ ਭਾਵ ਨਾਲ ਜੀਵ ਅਤੇ ਈਸ਼ ਦੇ ਵਿੱਚ ਵੀ ਉਸ ਵਿੱਚ ਹੀ ਜੀਵ ਅਤੇ ਈਸ਼ ਵੀ ਉਸ ਵਿੱਚ ਕਿਹਾ ਨਹੀਂ ਜਾ ਸਕਦਾ, ਕਿਉਂਕਿ ਜੀਵ ਈਸ਼ ਵੀ ਉਹਦੀ ਸੱਤਾ ਆ। ਹਾਂਜੀ, ਇਹ ਤੇ ਭੇਦ ਦ੍ਰਿਸ਼ਟੀ ਕਰਕੇ ਨਾ ਜੀਵ ਈਸ਼, ਤੇ ਉਸ ਨੂੰ ਇਸ ਤਰ੍ਹਾਂ ਨਹੀਂ ਕਿਹਾ ਜਾ ਸਕਦਾ। ਉਹ ਪਰਿਪੂਰਨ ਆ। ਤੇ ਘਟ ਮਟ ਕਹਿਓ ਨਾ ਜਾਏ। ਘਟ ਮਟ ਵੀ ਘਟ ਵਿੱਚ ਹੈ ਜਾਂ ਮਟ ਵਿੱਚ ਹੈ, ਐਵੇਂ ਨਹੀਂ ਕਿਹਾ ਜਾ ਸਕਦਾ। ਉਹ ਸਰਬ ਵਿਆਪੀ ਆ। ਜਿਵੇਂ ਆਕਾਸ਼ ਮਕਾਨ ਵਿੱਚ ਵੀ ਆ, ਘੜੇ ਵਿੱਚ ਹੀ ਆ, ਬਾਹਰ ਵੀ ਆ। ਉਪਾਧੀਆਂ ਕਰਕੇ ਘੜੇ ਕਰਕੇ ਘਟਾ ਆਕਾਸ਼, ਮਟ ਮਕਾਨ ਵਿੱਚ, ਆਕਾਸ਼ ਦੇ ਘੇਰੇ ਕਰਕੇ ਮਟਾ ਆਕਾਸ਼। ਉਪਾਧੀਆਂ ਟੁੱਟ ਜਾਣ ਤੇ ਵਿਆਪਕ ਰੂਪ ਰਹਿ ਜਾਂਦਾ ਹੈ। ਇਸ ਤਰ੍ਹਾਂ ਘਟ ਮਟ ਦੀ ਨਿਆਈ ਜਿਹੜੇ ਜੀਵ ਈਸ਼ ਆ, ਉਹਦੇ ਵਿੱਚ ਉਹਦੀ ਸੱਤਾ ਹੀ ਆ, ਉਹਨੂੰ ਵੱਖਰਾ ਨਹੀਂ ਕਿਹਾ ਜਾ ਸਕਦਾ। ਪੂਰਨ ਰੂਪ ਵਿਹਾਇਸੀ, ਪੂਰਨ ਰੂਪ ਹੈ ਸਰੂਪ ਪਰਮੇਸ਼ਰ ਦਾ ਵਿਆਪਕ। ਉਹ ਵਿਆਪਕ ਤੋਂ ਬਾਹਰ ਘਟ ਮਟ ਦੀ ਨਿਆਈ ਜੀਵ ਇਸ ਨੂੰ ਵੱਖਰਾ ਵੱਖਰਾ ਭੇਦ ਦ੍ਰਿਸ਼ਟੀ ਨਾਲ ਕਿਹਾ ਨਹੀਂ ਜਾ ਸਕਦਾ। ਇਹ ਤੇ ਕਿਉਂਕਿ ਜੀਵ ਵਿੱਚ ਵੀ ਇਸ ਵਿੱਚ ਉਹਦੀ ਹੀ ਸੱਤਾ ਹੈ, ਏਕਤਾ ਬ੍ਰਹਮ ਦੀ ਹੀ ਹੈ। ਇਸ ਪ੍ਰਕਾਰ ਆਪਾਂ ਇੱਥੇ ਜਿਹੜੀ ਹੁਣ ਉਹ ਸਮਾਪਤੀ ਕਰ ਦਈਏ। ਏਕ ਹੂੰ ਕਹਿਤ ਬਣੇ ਨਹੀਂ, ਇਹਦਾ ਇਵੇਂ ਪਾਠ ਆ। ਦੋਏ ਕਹੋ ਕੇ ਪਾਤ, ਕਿਸੇ ਦੇ ਹਾਹੇ ਨੂੰ ਸਿਹਾਰੀ ਆ, ਕੱਕੇ ਨੂੰ ਸਿਹਾਰੀ। ਘਟ ਮਟ ਪੂਰਨ ਰੂਪ ਵਿਹਾਇਸੀ, ਘਟ ਮਟ ਕਹਿਓ ਨਾ ਜਾਏ। ਪਹਿਲਾ ਪਾਠ ਆਪਾਂ ਜਿਵੇਂ ਘਟ ਵੱਡ, ਘਟ ਵੱਧ ਕਹਿਆ ਨਹੀਂ ਜਾ ਸਕਦਾ। ਤੇ ਘਟ ਮਟ ਦਾ ਅਰਥ ਦੂਸਰਾ ਪਾਠ ਹੈ ਵੱਡ ਦੀ ਥਾਂ ਮਟ। ਮਟ ਦਾ ਅਰਥ ਮਕਾਨ ਹੁੰਦਾ, ਘਟ ਦਾ ਅਰਥ ਘੜਾ ਹੁੰਦਾ, ਤੇ ਘੜਾ ਦੀ ਨਿਆਈ ਕੀ ਹੈ? ਜੀਵ। ਮਟ ਦੀ ਨਿਆਈ ਕੀ ਆ? ਈਸ਼। ਵੀ ਜੀਵ ਵਿਆਪਕ ਸਰੂਪ ਬ੍ਰਹਮ ਨੂੰ ਵਿਹਾਸੀ ਕਹੀਏ ਤਿਆਗ ਕਰਕੇ, ਜਿਹੜਾ ਘਟ ਕਹੀਏ ਜੀਵ ਆ, ਮਟ ਕਹੀਏ ਈਸ਼ ਆ। ਈਸ਼ ਵੀ ਉਸ ਵਿੱਚ ਬ੍ਰਹਮ ਤੇਰੇ ਆਤਮ ਸਰੂਪ 'ਚ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜੀਵ ਈਸ਼ ਵੀ ਉਹਦੀ ਸੱਤਾ ਹੈ। ਤੇਰੀ ਜਿਹੜਾ ਆਤਮ ਸਰੂਪ ਹੈ ਨਾ, ਉਹਦੀ ਸੱਤਾ ਹੈ ਜੀਵ ਰੂਪ ਵਿੱਚ ਵੀ। ਅੰਤਿਆਗਾਂ ਦੀ ਉਪਾਧੀ ਕਰਕੇ ਜੀਵ ਆ, ਤੇ ਮਾਇਆ ਦੇ ਸ਼ੁੱਧ ਸਤੋਗੁਣ ਕਰਕੇ ਈਸ਼ ਆ, ਪਰ ਸੱਤਾ ਬ੍ਰਹਮ ਦੀ ਹੀ ਹੈ। ਇਸ ਪ੍ਰਕਾਰ ਇੱਥੇ ਜਿਹੜਾ ਸਮਾਪਤੀ ਕਰਦੇ ਹਾਂ, ਇਹ ਥੋੜ੍ਹੀ ਸੂਖਮ ਵਿਚਾਰ ਆ, ਆਤਮ ਵਿਚਾਰ, ਜਿਸ ਕਰਕੇ ਬਹੁਤ ਬੁੱਧੀ ਚਾਹੀਦੀ ਆ। ਬੁੱਧੀ ਤੋਂ ਬਿਨਾਂ ਕਿਸੇ ਦਾ ਬੋਲਿਆ ਵੀ ਸਮਝ ਨਹੀਂ ਪੈਂਦਾ। ਫਿਰ ਕਹਿੰਦੇ ਵੀ ਖੋਲਿਆ ਨਹੀਂ ਆ, ਹੋਰ ਕਿਤੇ ਪੜ੍ਹਨਾ ਪੈਣਾ, ਹੋਰ ਕਿਤੇ ਸੁਣਨਾ ਪੈਣਾ। ਮਤਲਬ ਆਪਣੀ ਦ੍ਰਿਸ਼ਟੀ ਹੋਣੀ ਚਾਹੀਦੀ ਭਾਈ। ਇਹ ਤੋਂ ਵੱਧ ਸ਼ਾਇਦ ਹੀ ਆ ਵੀ ਖੋਲਿਆ ਜਾਵੇ। ਸੰਤ ਮਹਾਤਮਾ ਦੇ ਬਹੁਤ ਇਸ ਦਾ ਵਿਸਥਾਰ ਕਰ ਦਿੰਦੇ, ਜਿਹੜੇ ਕਾਂਸੀ ਆਦਿਕ ਤੋਂ ਪੜ੍ਹੇ ਆ। ਪਰ ਜਿਨ੍ਹਾਂ ਨੇ ਥੋੜ੍ਹਾ ਸਮਝ ਲਿਆ, ਉਹੀ ਬਹੁਤਾ ਸਮਝ ਸਕਦੇ।
ਹੁਣ ਇੱਥੇ ਇਹ ਕਹੂੰ ਕਹਿਤ ਬਣੇ ਨਹੀਂ ਵੀ ਇੱਕ ਕਹਿਣਾ ਬਣਦਾ ਨਹੀਂ ਹੈ। ਇੱਕ ਤਾਂ ਕਹਿਣਾ ਬਣਦਾ ਵਾ ਜੇ ਦੋ ਹੋਣ ਤੇ ਹੈਂ ਤੇ ਫਿਰ ਉਹ ਕਵੀ ਫਿਰ ਬੜਾ ਸੋਹਣਾ ਲਿਖਿਆ ਵੀ ਦੋਏ ਕਹੋ ਵੀ ਜੇ ਦੋ ਕਹੀਏ ਤੇ ਕਿਸੇ ਭਾਏ ਕਿਸ ਤਰ੍ਹਾਂ ਕਹੀਏ, ਕਿਉਂਕਿ ਦੂਜਾ ਦੇ ਵਰਗਾ ਕੋਈ ਹੈ ਨਹੀਂ। ਮੰਨ ਲਓ ਉਹਦੇ ਵਿੱਚ ਇੱਕ ਦੋ ਕਹਿਣਾ ਬਣਦਾ ਨਹੀਂ, ਮੁੱਕਦੀ ਗੱਲ ਇੱਕ ਦੋ ਕਹਿਣਾ ਬਣਦਾ ਹੀ ਨਹੀਂ। ਪੂਰਨ ਰੂਪ ਵਿਹਾਈ ਸੀ ਵੀ ਉਹ ਸਰਬ ਵਿਆਪਕ ਆ, ਉਹ ਪਰਿਪੂਰਨ ਸਰੂਪ ਆ, ਤੇਰਾ ਆਤਮ ਸਰੂਪ ਜਾਂ ਪਰਮੇਸ਼ਰ ਵਿਆਪਕ ਰੂਪ ਆ ਤੇ ਵਿਹਾਈ ਸੀ ਤੇ ਉਹ ਜਿਹੜਾ ਐਸਾ ਪਰਿਪੂਰਨ ਆ ਵਿਆਪਕ ਰੂਪ ਆ, ਘੱਟ ਵੱਧ ਕਹਿ ਜਿਹਨੂੰ ਘੱਟ ਵੱਧ ਕਹਿ ਨਹੀਂ ਜਾ ਸਕਦਾ। ਜਿਹੜਾ ਹੋ ਹੀ ਵਿਆਪਕ ਗਿਆ ਉਹਨੂੰ ਆਪਾਂ ਘੱਟ ਵੱਧ ਕਿਵੇਂ ਕਹਿ ਸਕਦੇ ਹਾਂ? ਜਿਹੜਾ ਸਾਰੇ ਥਾਂ ਪਰਿਪੂਰਨ ਆ, ਜਲਾਂ ਥਲਾਂ ਵਿੱਚ, ਆਕਾਸ਼ਾਂ ਵਿੱਚ, ਬਤਾਲਾਂ ਵਿੱਚ, ਮਾਤਲੋ ਧਰਤੀਆਂ ਵਿੱਚ, ਸਾਰੇ ਥਾਂ ਵਿਆਪਕ, ਉਹਨੂੰ ਘੱਟ ਵੱਧ ਕਿਵੇਂ ਕਿਹਾ ਜਾ ਸਕਦਾ? ਵੱਧ ਤੇ ਆਪਾਂ ਤਾਂ ਕਹੀਏ ਜੇ ਉਹ ਸੱਤਾਂ ਬਤਾਲਾਂ 'ਚ ਹੈਗਾ ਵਾ ਵੀ ਇੰਨਾ ਵਧਿਆ ਹੋਇਆ ਵਾ, ਇੰਨੇ ਥਾਂ 'ਚ ਵੀ ਹੈ। ਉਹ ਘੱਟ ਨੂੰ ਤਾਂ ਕਹੀਏ ਵੀ ਉਹ ਧਰਤੀ 'ਤੇ ਹੀ ਇਕੱਲਾ ਹੈ। ਮੈਨੂੰ ਉਹਦੇ ਸਾਰੇ ਥਾਂ ਹੀ ਪਰਿਪੂਰਨ ਆ, ਫਿਰ ਘੱਟ ਵੱਧ ਕਿਵੇਂ ਕਿਹਾ ਜਾ ਸਕਦਾ? ਵਿਆਪਕ ਨੂੰ ਨਹੀਂ ਘਟਾਇਆ ਜਾ ਸਕਦਾ। ਸਾਰੇ ਥਾਂ ਜੋ ਪਰਿਪੂਰਨ ਹੋਵੇ ਉਹਦੇ ਵਿੱਚ ਘੱਟ ਵੱਧ ਦੀ ਕੋਈ ਗੱਲ ਨਹੀਂ ਹੁੰਦੀ। ਤੇ ਤੇਰਾ ਉਹ ਆਤਮਾ ਹੈ ਜੋ ਬ੍ਰਹਮ ਵਿਆਪਕ ਸਰੂਪ ਹੈ, ਉਹ ਤੇਰਾ ਰੂਪ ਹੈ। ਇਸ ਕਰਕੇ ਉਹਨੂੰ ਘੱਟ ਵੱਧ ਨਹੀਂ ਕਿਹਾ ਜਾ ਸਕਦਾ। ਜ਼ਮੀਨ ਜਮਾ ਕੇ ਵੇਖੇ ਸਮਸਤ ਜੋਤ ਇੱਕ ਹੈ, ਨਾ ਘਾਟ ਹੈ ਨਾ ਬਾਟ ਹੈ, ਨਾ ਘਾਟ ਬਾਦ ਹੋਤ ਹੈ। ਘੱਟ ਵੱਧ ਉਹ ਹੁੰਦਾ ਹੀ ਨਹੀਂ, ਕਿਉਂਕਿ ਉਹ ਦੇਸ਼ ਕਾਲ ਵਸਤੂ ਪ੍ਰਸਿੱਧ ਰਹਿਤ ਇਲਾਕੇ ਵਿੱਚ ਨਹੀਂ ਹੈ, ਸਮੇਂ ਵਿੱਚ ਨਹੀਂ ਹੈ ਤੇ ਵਸਤੂ ਦੇ ਅਧੀਨ ਨਹੀਂ ਹੈ। ਸੋ ਇੱਥੇ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਏਕ ਹੂੰ ਕਹਿਤ ਬਨੇ ਨਹੀਂ, ਦੋਏ ਕਹੋ ਕਿਹ ਭਾਏ, ਪੂਰਨ ਰੂਪ ਵਿਹਾਈ ਸੀ, ਘਾਟ ਵੱਡ ਕਹਿਓ ਨਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।